ਹੈਲੋ ਸਾਰਿਆਂ ਨੂੰ। ਇਸ ਵੀਡੀਓ ਦੇ ਵਿੱਚ ਅਸੀਂ ਗੱਲ ਕਰ ਰਹੇ ਹਾਂ ਜੀ ਵੀ ਅਸੀਂ ਡਿਜੀਟਲ ਮੋਡੂਲੇਸ਼ਨ ਟੈਕਨੀਕਸ ਅਸੀਂ ਕਿਉਂ ਯੂਜ਼ ਕਰ ਰਹੇ ਹਾਂ ਜਾਂ ਮੋਡੂਲੇਸ਼ਨ ਪ੍ਰੋਸੈਸ ਕੀ ਹੁੰਦਾ ਹੈ। ਜਿਵੇਂ ਅਸੀਂ ਪੀ ਦੇ ਵਿੱਚ ਥਰਡ ਸਮੈਸਟਰ ਦੇ ਵਿੱਚ ਕੀਤਾ ਸੀਗਾ ਵੀ ਮੋਡੂਲੇਸ਼ਨ ਕੀ ਹੁੰਦਾ ਵੀ ਉਹਦੇ ਵਿੱਚ ਸਾਡੇ ਕੋਲ ਐਨਾਲੌਗ ਸਿਗਨਲ ਨੂੰ ਜਦੋਂ ਅਸੀਂ ਲੌਂਗ ਡਿਸਟੈਂਸ 'ਤੇ ਟਰੈਵਲ ਕਰਾਉਣਾ ਹੁੰਦਾ ਤਾਂ ਅਸੀਂ ਇੱਕ ਕੈਰੀਅਰ ਸਿਗਨਲ ਯੂਜ਼ ਕਰਦੇ ਹਾਂ। ਉਸ ਕੈਰੀਅਰ ਸਿਗਨਲ ਦੇ ਅਸੀਂ ਕੁਛ ਪ੍ਰੋਪਰਟੀਜ਼ ਨੂੰ ਅਸੀਂ ਕੀ ਕਰਦੇ ਹਾਂ, ਚੇਂਜ ਕਰਦੇ ਹਾਂ ਅਕੋਰਡਿੰਗ ਟੂ ਦਾ ਮੋਡੂਲੇਟਿੰਗ ਸਿਗਨਲ ਜਾਂ ਇਨਫੋਰਮੇਸ਼ਨ ਸਿਗਨਲ। ਕਿਉਂਕਿ ਉਸ ਦੇ ਵਿੱਚ ਐਨਾਲੌਗ ਸਿਗਨਲ ਦੋਨੇ ਹੀ ਹੁੰਦੇ ਨੇ, ਇਨਫੋਰਮੇਸ਼ਨ ਅਤੇ ਕੈਰੀਅਰ। ਇਸ ਕਰਕੇ ਅਸੀਂ ਉਸਨੂੰ ਐਨਾਲੌਗ ਮੋਡੂਲੇਸ਼ਨ ਦਾ ਨਾਮ ਦਿੰਦੇ ਹਾਂ। ਐਨਾਲੌਗ ਮੋਡੂਲੇਸ਼ਨ ਦੇ ਵਿੱਚ ਅਸੀਂ 3 ਤਰੀਕਿਆਂ ਦੀਆਂ ਟਾਈਪਸ ਕੀਤੀਆਂ ਸੀ, AM, FM ਅਤੇ PM। ਠੀਕ ਹੈ ਜੀ। ਜਿਵੇਂ ਹੁਣ ਇਹ ਤੁਸੀਂ ਆਪਣੀ ਸਕਰੀਨ ਦੇ ਉੱਤੇ ਵੇਖ ਰਹੇ ਹੋ, ਤੁਹਾਡੇ ਡਾਇਗਰਾਮਸ ਨੇ ਵੀ ਸਭ ਤੋਂ ਪਹਿਲਾਂ ਜਿੱਥੇ ਸਿਗਨਲ ਲਿਖਿਆ ਹੋਇਆ ਉਹ ਤੁਹਾਡਾ ਇਨਫੋਰਮੇਸ਼ਨ ਸਿਗਨਲ ਹੈ। ਅਕੋਰਡਿੰਗ ਟੂ ਇਨਫੋਰਮੇਸ਼ਨ ਸਿਗਨਲ ਕੈਰੀਅਰ ਦੀ ਸ਼ੇਪ ਚੇਂਜ ਹੋ ਰਹੀ ਹੈ। ਇਹ ਮੋਡੂਲੇਟਡ ਸਿਗਨਲ ਹੈ ਰੈੱਡ ਵਾਲਾ, ਜਿਸ ਨੂੰ ਅਸੀਂ AM ਦਾ ਨਾਮ ਦਿੱਤਾ, ਅਤੇ ਬਲੂ ਵਾਲਾ ਸਾਡੇ ਕੋਲ ਕੀ FM ਹੈ। ਇਹਦੇ ਵਿੱਚ ਸਾਡੇ ਕੋਲ ਜੇ ਤੁਸੀਂ ਦੇਖੋ ਤਾਂ ਜਿੱਥੇ ਤੁਹਾਡੇ ਕੋਲ ਐਂਪਲੀਟਿਊਡ ਸਾਡੇ ਸਿਗਨਲ ਦਾ ਇਨਕਰੀਜ਼ ਹੋ ਰਿਹਾ ਤਾਂ AM ਦੇ ਵਿੱਚ ਸਾਡੇ ਕੈਰੀਅਰ ਸਿਗਨਲ ਦਾ ਐਂਪਲੀਟਿਊਡ ਚੇਂਜ ਹੋ ਰਿਹਾ। ਬਾਕੀ ਸਾਰੀਆਂ ਦੋਨੋਂ ਚੀਜ਼ਾਂ ਜਿਹੜੀਆਂ ਨੇ ਉਹ ਕਾਂਸਟੈਂਟ ਰਹਿ ਰਹੀਆਂ। ਦੋਨੋਂ ਦਾ ਮਤਲਬ ਫ੍ਰੀਕੁਐਂਸੀ ਅਤੇ ਫੇਸ, ਸਿਰਫ ਐਂਪਲੀਟਿਊਡ ਚੇਂਜ ਹੋ ਰਿਹਾ। ਫ੍ਰੀਕੁਐਂਸੀ ਮੋਡੂਲੇਸ਼ਨ ਦੇ ਵਿੱਚ ਸਾਡੇ ਕੋਲ ਕੈਰੀਅਰ ਦੀ ਫ੍ਰੀਕੁਐਂਸੀ ਚੇਂਜ ਹੋ ਰਹੀ ਹੈ ਅਤੇ ਜਿਹੜਾ ਸਾਡੇ ਕੋਲ ਉਸਦਾ ਫੇਸ ਅਤੇ ਐਂਪਲੀਟਿਊਡ ਹੈ ਉਹ ਕੀ ਰਹਿ ਰਿਹਾ, ਸੇਮ ਰਹਿ ਰਿਹਾ। ਐਨਾਲੌਗ ਮੋਡੂਲੇਸ਼ਨ ਦੇ ਵਿੱਚ ਅਸੀਂ ਇਹ ਡਿਫਰੈਂਸ ਕੀਤਾ ਸੀ, ਬੜਾ ਇੰਪੋਰਟੈਂਟ ਕੁਐਸਚਨ ਸੀ। ਉਹਦੇ ਵਿੱਚ ਅਸੀਂ ਕਲੀਅਰਲੀ ਇਹ ਗੱਲ ਕੀਤੀ ਸੀ ਵੀ FM ਇਜ਼ ਫਾਰ ਬੈਟਰ ਦੈਨ AM। ਪਰ ਜਦੋਂ ਹੁਣ ਅਸੀਂ ਇਨਫੋਰਮੇਸ਼ਨ ਜਿਹੜੀ ਸਾਡੀ ਹੈ, ਸਾਡੀ ਡਿਜੀਟਲ ਹੈ, ਤਾਂ ਉਦੋਂ ਸਾਡੇ ਕੋਲ ਉਹਦੀ ਜਿਹੜੀ ਮੋਡੂਲੇਟਿੰਗ ਟੈਕਨੀਕ ਹੈ ਉਹ ਵੀ ਕੀ ਹੋਣਗੀਆਂ, ਡਿਫਰੈਂਟ ਹੋਣਗੀਆਂ। ਇਸ ਦੇ ਵਿੱਚ ਇਸ ਚੀਜ਼ ਦਾ ਧਿਆਨ ਰੱਖਣਾ ਹੈ। ASK, FSK ਅਤੇ PSK ਦੇ ਵਿੱਚ ਇਹਦੇ ਵਿੱਚ ਇਨਫੋਰਮੇਸ਼ਨ ਡਿਜੀਟਲ ਹੋਏਗੀ, ਪਰ ਸਾਡੇ ਕੋਲ ਜਿਹੜੀ ਕੈਰੀਅਰ ਹੋਏਗਾ ਉਹ ਕੀ ਹੋਏਗਾ, ਐਨਾਲੌਗ ਹੋਏਗਾ। ਅਤੇ ਜਿਹੜਾ ਰਿਜ਼ਲਟੈਂਟ ਸਿਗਨਲ ਹੋਏਗਾ, ਜਿਹਨੂੰ ਅਸੀਂ ਮੋਡੂਲੇਟਡ ਸਿਗਨਲ ਕਹਾਂਗੇ, ਉਹ ਵੀ ਕੀ ਹੋਏਗਾ, ਐਨਾਲੌਗਸ ਹੋਏਗਾ। ਇਸ 'ਤੇ ਡਾਇਗਰਾਮ ਦੇ ਵਿੱਚ ਡਿਜੀਟਲ ਮੋਡੂਲੇਸ਼ਨ ਅਤੇ ਡੀਮੋਡੂਲੇਸ਼ਨ ਦੀ ਗੱਲ ਕੀਤੀ ਜਾ ਰਹੀ ਹੈ ਵੀ ਸਾਡੇ ਕੋਲ ਡਿਜੀਟਲ ਡਾਟਾ ਅਸੀਂ ਇਨਪੁੱਟ ਕੀਤਾ ਇਨ ਦਾ ਫਾਰਮ ਆਫ 0, 1। ਠੀਕ ਹੈ। ਡਿਜੀਟਲ ਮੋਡੂਲੇਸ਼ਨ ਟੈਕਨੀਕਸ ਅਸੀਂ ਯੂਜ਼ ਕੀਤੀਆਂ ਅਤੇ ਸਾਡੇ ਕੋਲ ਡਿਜੀਟਲ ਮੋਡੂਲੇਸ਼ਨ ਤੋਂ ਬਾਅਦ ਸਾਡੇ ਕੋਲ ਜਿਹੜਾ ਰਿਜ਼ਲਟੈਂਟ ਸਿਗਨਲ ਆਇਆ ਉਹ ਕੀ ਆਇਆ, ਐਨਾਲੌਗ ਆਇਆ। ਉਸ ਤੋਂ ਬਾਅਦ ਜਦੋਂ ਉਹਨੇ ਰਿਸੀਵ ਹੋਇਆ ਤਾਂ ਸਾਡੇ ਕੋਲ ਜਿਹੜਾ ਸਾਡੇ ਕੋਲ ਇਸ ਚੀਜ਼ ਦੇ ਵਿੱਚ ਆਹ ਚੀਜ਼ ਆਉਣੀ ਹੈ ਵੀ ਜਦੋਂ ਸਾਡੇ ਕੋਲ ਸਿਗਨਲ ਰਿਸੀਵ ਹੋਇਆ ਤਾਂ ਰਿਸੀਵ ਐਨਾਲੌਗਸ ਹੀ ਹੋਇਆ। ਜੇ ਤੁਸੀਂ ਇਸ ਚੀਜ਼ ਨੂੰ ਦੇਖੋ, ਇੱਥੇ ਐਨਾਲੌਗ ਸਿਗਨਲ ਰਿਸੀਵ ਹੋਇਆ ਤਾਂ ਐਨਾਲੌਗ ਡੀਮੋਡੂਲੇਸ਼ਨ ਹੋਈ ਅਤੇ ਐਨਾਲੌਗ ਸਿਗਨਲ 'ਚੋਂ ਅਸੀਂ ਸਿੰਕਰੋਨਸ ਪ੍ਰੋਸੈਸ ਦੇ ਨਾਲ ਆਪਣਾ ਜਿਹੜਾ ਡਿਜੀਟਲ ਸਿਗਨਲ ਸੀ ਉਹ ਕੀ ਕਰ ਲਿਆ, ਅਸੀਂ ਐਕਸਟਰੈਕਟ ਕਰ ਲਿਆ। ਇਸੀ ਤਰੀਕੇ ਦੇ ਨਾਲ ਸਾਡੇ ਕੋਲ 3 ਤਰੀਕਿਆਂ ਦੀ ਸਾਡੇ ਕੋਲ ਟੈਕਨੀਕਸ ਆਉਂਦੀਆਂ ਨੇ। ਨੰਬਰ 1 ASK, FSK ਅਤੇ PSK। ਮੋਡੂਲੇਸ਼ਨ ਦੀ ਜੇ ਡੈਫੀਨੇਸ਼ਨ ਦੀ ਗੱਲ ਕਰੀਏ ਤਾਂ ਕਨਵਰਟਿੰਗ ਡਿਜੀਟਲ ਔਰ ਐਨਾਲੌਗ ਇਨਫੋਰਮੇਸ਼ਨ ਟੂ ਏ ਵੇ ਫਾਰਮ ਸੁਟੇਬਲ ਫਾਰ ਟਰਾਂਸਮਿਸ਼ਨ ਓਵਰ ਏ ਗਿਵਨ ਮੀਡੀਅਮ ਓਵਰ ਏ ਲੌਂਗ ਡਿਸਟੈਂਸ, ਇਸ ਨੂੰ ਅਸੀਂ ਮੋਡੂਲੇਸ਼ਨ ਕਹਿੰਦੇ ਹਾਂ। ਹਮੇਸ਼ਾ ਚਾਹੇ ਡਿਜੀਟਲ ਮੋਡੂਲੇਸ਼ਨ ਹੈ ਚਾਹੇ ਐਨਾਲੌਗਸ ਮੋਡੂਲੇਸ਼ਨ ਹੈ, ਇੱਕ ਚੀਜ਼ ਦਾ ਖਿਆਲ ਰੱਖਣਾ, ਕੈਰੀਅਰ ਦੇ ਪੈਰਾਮੀਟਰਸ ਹੀ ਚੇਂਜ ਹੋਣਗੇ, ਕਦੇ ਵੀ ਇਨਫੋਰਮੇਸ਼ਨ ਸਿਗਨਲ ਦੇ ਪੈਰਾਮੀਟਰ ਚੇਂਜ ਨਹੀਂ ਹੋਣਗੇ। ਠੀਕ ਹੈ। ਤਾਂ ਜਿਵੇਂ ਸਾਡੇ ਕੋਲ AM ਸੀ, ਇੱਥੇ FM ਹੈ। ਠੀਕ ਹੈ। ਅਤੇ ਪਿੱਛੇ ਸਾਡੇ ਕੋਲ ਐਨਾਲੌਗ ਮੋਡੂਲੇਸ਼ਨ ਦੇ ਵਿੱਚ AM ਸੀਗਾ ਅਤੇ ਡਿਜੀਟਲ ਮੋਡੂਲੇਸ਼ਨ ਦੇ ਵਿੱਚ ASK ਹੋਏਗਾ। ASK ਦਾ ਮਤਲਬ ਹੁੰਦਾ ਐਂਪਲੀਟਿਊਡ ਸ਼ਿਫਟ ਕਿੰਗ। ਅਤੇ ਜੇ ਪਿੱਛੇ ਸਾਡੇ ਕੋਲ FM ਸੀਗਾ ਤਾਂ ਇੱਥੇ ਸੀਗਾ ਸਾਡੇ ਕੋਲ ਫ੍ਰੀਕੁਐਂਸੀ ਸ਼ਿਫਟ ਕਿੰਗ। ਅਤੇ ਜੇ ਪਿੱਛੇ ਸਾਡੇ ਕੋਲ ਫੇਸ ਮੋਡੂਲੇਸ਼ਨ ਸੀ, ਇੱਥੇ ਹੋਏਗਾ ਸਾਡੇ ਕੋਲ ਫੇਸ ਸ਼ਿਫਟ ਕਿੰਗ। ਇੱਕ ਚੀਜ਼ ਦਾ ਇੱਥੇ ਧਿਆਨ ਰੱਖਣਾ ਹੈ, ਐਨਾਲੌਗ ਮੋਡੂਲੇਸ਼ਨ ਦੇ ਵਿੱਚ 3 ਪੈਰਾਮੀਟਰ ਸੀਗੇ, ਐਂਪਲੀਟਿਊਡ, ਫ੍ਰੀਕੁਐਂਸੀ ਅਤੇ ਫੇਸ। ਇੱਥੇ ਸਾਡੇ ਕੋਲ 3 ਪੈਰਾਮੀਟਰਸ ਨੇ, ਐਂਪਲੀਟਿਊਡ, ਫ੍ਰੀਕੁਐਂਸੀ ਅਤੇ ਫੇਸ। ਠੀਕ ਹੈ। ਫ਼ਰਕ ਕੀ ਪੈ ਰਿਹਾ, ਪੈਰਾਮੀਟਰ ਤਾਂ ਸੇਮ ਹੋ ਰਹੇ, ਫ਼ਰਕ ਪੈ ਰਿਹਾ ਜੀ ਉਹਨਾਂ ਦੀਆਂ ਟੈਕਨੀਕਸ ਦੇ ਉੱਤੇ। ਕੀਂਗ ਵਰਡ ਹੈ ਜੀ, ਕੀਂਗ ਦਾ ਮਤਲਬ ਹੁੰਦਾ ਜੇ ਤੁਸੀਂ ਚਾਬੀ ਦੀ ਗੱਲ ਕਰੋ, ਚਾਬੀ ਹੈ,
ਚਾਬੀ ਨੂੰ ਅਸੀਂ ਕੀ ਕਹਿੰਦੇ ਹਾਂ, ਤਾਂ ਉਹਦੇ ਵਿੱਚ ਸਾਡੇ ਕੋਲ ਕੀ ਆਏਗਾ, ਜਾਂ ਤਾਂ ਲੌਕ ਖੁੱਲ੍ਹ ਰਿਹਾ ਜਾਂ ਬੰਦ ਹੋ ਰਿਹਾ, ਸਿਰਫ ਦੋ ਸਟੇਟਸ ਨੇ, ਈਦਰ 1 ਔਰ 0। ਡਿਜੀਟਲ ਦੇ ਵਿੱਚ ਸਾਡੇ ਕੋਲ ਦੋ ਹੀ ਪੈਰਾਮੀਟਰਸ ਹੁੰਦੇ ਨੇ, ਈਦਰ 1 ਔਰ 0। ਅਤੇ ਜੇ ਅਸੀਂ ਐਂਪਲੀਟਿਊਡ ਸ਼ਿਫਟ ਕੀਇੰਗ ਦੀ ਗੱਲ ਕਰੀਏ ਤਾਂ ਐਂਪਲੀਟਿਊਡ ਸ਼ਿਫਟ ਕੀਇੰਗ ਦੇ ਵਿੱਚ ਸਾਡੇ ਕੋਲ ਕੀ ਹੋਏਗਾ, ਇਸ ਨੂੰ ਅਸੀਂ ਊਕ ਵੀ ਕਹਿੰਦੇ ਹਾਂ, OOK, ਔਨ ਆਫ ਕੀਇੰਗ। ਔਨ ਆਫ ਕੀਇੰਗ ਦੇ ਵਿੱਚ ਸਾਡੇ ਕੋਲ ਕੀ ਹੁੰਦਾ ਵੀ ਇਹ ਸਭ ਤੋਂ ਸਿੰਪਲੈਸਟ ਤੁਹਾਡੇ ਕੋਲ ਮੋਡੂਲੇਸ਼ਨ ਟੈਕਨੀਕ ਹੈ। ਇਹਦੇ ਵਿੱਚ ਸਾਡੇ ਕੋਲ ਜਿਵੇਂ ਇਹ ਸਾਡੇ ਕੋਲ ਇਨਪੁਟ ਸਿਗਨਲ ਹੈ, ਇਹ ਸਾਡੇ ਮੋਡੂਲੇਟਡ ਸਿਗਨਲ ਹੈ। ਇਹਦੇ ਵਿੱਚ ਤੁਸੀਂ ਇਹ ਦੇਖ ਸਕਦੇ ਹੋ ਵੀ ਸਾਡੇ ਕੋਲ ਜਿੱਥੇ ਇਨਪੁਟ ਪ੍ਰੈਜ਼ੈਂਟ ਹੈ ਉੱਥੇ ਆਊਟਪੁੱਟ ਪ੍ਰੈਜ਼ੈਂਟ ਹੋਏਗੀ, ਜਿੱਥੇ ਇਨਪੁਟ ਪ੍ਰੈਜ਼ੈਂਟ ਨਹੀਂ ਹੈ ਉੱਥੇ ਆਊਟਪੁੱਟ ਪ੍ਰੈਜ਼ੈਂਟ ਨਹੀਂ ਹੋਏਗੀ। ਜੇ ਇੱਥੇ 0 ਹੈ, ਜੇ ਇੱਥੇ 0 ਸੀ ਤਾਂ ਆਊਟਪੁੱਟ 'ਚ ਵੀ 0 ਹੈ ਹੀ ਨਹੀਂ, ਕੁਛ ਸਿਗਨਲ ਹੀ ਨਹੀਂ ਹੈ। ਅਤੇ ਜੇ ਇੱਥੇ 1 ਹੈ ਤਾਂ ਆਊਟਪੁੱਟ 'ਚ ਵੀ ਕੀ ਹੈ, ਸਿਗਨਲ ਪ੍ਰੈਜ਼ੈਂਟ ਹੈ। ਤਾਂ ਜੇ ਇਹਦੀ ਡੈਫੀਨੇਸ਼ਨ ਅਸੀਂ ਵੇਖੀਏ ਤਾਂ ਡੈਫੀਨੇਸ਼ਨ ਅਸੀਂ ਸਿੰਪਲ ASK ਦੀ ਕਹਿ ਸਕਦੇ ਹਾਂ। ASK ਦੇ ਵਿੱਚ ਸਾਡੇ ਕੋਲ ਕੈਰੀਅਰ ਸਿਗਨਲ ਦਾ ਐਂਪਲੀਟਿਊਡ ਚੇਂਜ ਹੋਏਗਾ ਅਕੋਰਡਿੰਗ ਟੂ ਦਾ ਇਨਫੋਰਮੇਸ਼ਨ ਸਿਗਨਲ ਜਾਂ ਡਿਜੀਟਲ ਮੋਡੂਲੇਟਿੰਗ ਸਿਗਨਲ। ਠੀਕ ਹੈ ਜੀ। ਜੇ ਇਨਪੁਟ 'ਚ 1 ਹੈ ਤਾਂ ਆਊਟਪੁੱਟ ਪ੍ਰੈਜ਼ੈਂਟ ਹੋਏਗੀ, ਜੇ ਇਨਪੁਟ 0 ਹੈ ਤਾਂ ਆਊਟਪੁੱਟ ਵੀ ਪ੍ਰੈਜ਼ੈਂਟ ਨਹੀਂ ਹੋਏਗੀ। ਲੈਸ ਬੈਂਡਵਿਡਥ ਹੈ, ਨੋਇਸ ਜ਼ਿਆਦਾ ਇੰਟਰਫੇਅਰ ਕਰਦੀ ਹੈ, ਕਾਫੀ ਹੱਦ ਤੱਕ AM ਦੇ ਨਾਲ ਇਹਦੇ ਪੈਰਾਮੀਟਰਸ ਕੀ ਹੈ, ਮੈਚ ਕਰਦੇ ਆ। ਇਹ ਤੁਹਾਡੇ ਸਾਰੀਆਂ ਮੋਡੂਲੇਟਿੰਗ ਟੈਕਨੀਕਸ ਨਾਲੋਂ ਸਭ ਤੋਂ ਸਿੰਪਲੈਸਟ ਟੈਕਨੀਕ ਹੈ ਤੁਹਾਡੀ। ਉਸ ਤੋਂ ਬਾਅਦ ਜੇ ਆਉਂਦੀ ਹੈ ਜੀ ਤੁਹਾਡੇ ਕੋਲ FSK ਕੀ ਹੈ ਜੀ, ਫ੍ਰੀਕੁਐਂਸੀ ਸ਼ਿਫਟ ਕੀਇੰਗ। ਇਸ ਦੇ ਵਿੱਚ ਤੁਹਾਡੇ ਕੋਲ ਜਿਵੇਂ ਤੁਹਾਡੇ ਕੋਲ ਇੱਕ ਮੈਥਮੈਟੀਕਲ ਐਕਸਪ੍ਰੈਸ਼ਨ ਤੁਹਾਡੀ ਸਕਰੀਨ 'ਤੇ ਹੈ, ਜਿਵੇਂ ਤੁਸੀਂ ਦੇਖੋ ਇੱਥੇ ਲਿਖਿਆ ਹੋਇਆ ਵੀ for 1 for 0। ਇਹਦਾ ਮਤਲਬ ਇਹ ਹੁੰਦਾ ਵੀ ਇਹਨੂੰ BFSK ਵੀ ਕਿਹਾ ਜਾਂਦਾ ਹੈ। BFSK ਦਾ ਮਤਲਬ ਹੁੰਦਾ ਬਾਈਨਰੀ ਫ੍ਰੀਕੁਐਂਸੀ ਸ਼ਿਫਟ ਕੀਇੰਗ। ਬਾਈਨਰੀ ਦੇ ਵਿੱਚ ਸਾਡੇ ਕੋਲ ਸਿਰਫ ਦੋ ਹੀ ਬਿਟਸ ਹੁੰਦੇ ਨੇ, ਈਦਰ 1 ਔਰ 0, ਮਤਲਬ ਸਿਰਫ ਦੋ ਕੰਡੀਸ਼ਨਸ ਨੇ। ਤਾਂ ਸਾਡੇ ਕੋਲ ਇਹਦੇ ਵਿੱਚ ਕੀ ਹੋਏਗਾ ਵੀ ਜਦੋਂ ਸਾਡੇ ਕੋਲ ਇੱਕ ਬਿਟ ਤੋਂ ਦੂਜੀ ਬਿਟ ਦੇ ਵਿੱਚ ਸਿਗਨਲ ਟਰਾਂਸਮਿਟ ਹੋਏਗਾ ਜਾਂ ਚੇਂਜ ਹੋਏਗਾ 1 ਔਰ 0, ਤਾਂ ਤੁਹਾਡੇ ਕੋਲ ਕੈਰੀਅਰ ਦੀ ਜਿਹੜੀ ਫ੍ਰੀਕੁਐਂਸੀ ਹੈ ਉਹ ਚੇਂਜ ਹੋਏਗੀ। ਇਹ ਆਊਟਪੁੱਟ ਦੇ ਵਿੱਚ ਜਿਹੜੀ ਇਹ ਡਾਇਗਰਾਮ ਤੁਹਾਡੀ ਸਕਰੀਨ ਦੇ ਉੱਤੇ ਹੈਗੀ ਹੈ, ਇਹ ਤੁਹਾਡੇ ਮੋਡੂਲੇਟਡ ਸਿਗਨਲ ਹੈ, ਮਤਲਬ ਕੈਰੀਅਰ ਚੇਂਜ ਹੋਇਆ ਮੋਡੂਲੇਟਡ ਮਤਲਬ ਇਨਫੋਰਮੇਸ਼ਨ ਅਤੇ ਕੈਰੀਅਰ ਮਿਕਸ ਹੋਏ ਹੋਏ ਨੇ। ਜੇ ਤੁਸੀਂ ਨੀਲੀ ਡੋਟਡ ਲਾਈਨ ਇਹਦੇ ਵਿੱਚ ਧਿਆਨ ਨਾਲ ਦੇਖੋ ਤਾਂ ਇਨਫੋਰਮੇਸ਼ਨ ਸਿਗਨਲ ਹੈ, ਅਤੇ ਜਿਹੜਾ ਲਾਲ ਸਿਗਨਲ ਹੈ ਉਹ ਕੀ ਹੈ, ਤੁਹਾਡੀ ਕੈਰੀਅਰ ਚੇਂਜ ਹੈ ਜਾਂ ਜਿਹਨੂੰ ਤੁਸੀਂ ਮੋਡੂਲੇਟਡ ਸਿਗਨਲ ਕਹਿ ਰਹੇ ਹੋ। ਇਹ ਦੋਨੋਂ ਚੀਜ਼ਾਂ ਇਕੱਠੀਆਂ ਡਿਫਾਈਨ ਕੀਤੀਆਂ ਗਈਆਂ। ਡੋਟਡ ਲਾਈਨ ਦੇ ਵਿੱਚ ਤੁਸੀਂ ਦੇਖੋ ਜਿੱਥੇ 0 ਹੈ, ਜਿਵੇਂ ਆਹ ਚੀਜ਼ 0 ਹੈ ਤੁਹਾਡੇ ਕੋਲ, ਤਾਂ ਇੱਥੇ ਤੁਹਾਡੇ ਕੋਲ ਫ੍ਰੀਕੁਐਂਸੀ ਘੱਟ ਰਹੀ ਹੈ। ਜਿਵੇਂ ਹੀ ਤੁਹਾਡੇ ਕੋਲ ਬਿਟ ਚੇਂਜ ਹੋਇਆ 0 ਤੋਂ 1, ਇੱਥੋਂ ਸਟਾਰਟ ਹੋਇਆ, ਤਾਂ ਤੁਹਾਡੇ ਕੋਲ ਜਿਹੜੀ ਫ੍ਰੀਕੁਐਂਸੀ ਇੱਕਦਮ ਕੀ ਹੋ ਗਈ, ਵੱਧ ਗਈ। ਦੁਬਾਰਾ ਫਿਰ ਤੁਸੀਂ 0 ਤੋਂ 1 ਹੋਏ ਤਾਂ ਨਾਲ ਤੁਹਾਡੀ ਫ੍ਰੀਕੁਐਂਸੀ ਘੱਟ ਗਈ, ਅਤੇ ਫਿਰ ਜਦੋਂ 0 ਤੋਂ ਫਿਰ 1 ਹੋ ਰਹੇ ਹੋ ਤਾਂ ਤੁਹਾਡੇ ਕੋਲ ਜਿਹੜੀ ਫ੍ਰੀਕੁਐਂਸੀ ਹੈ ਦੁਬਾਰਾ ਫਿਰ ਕੀ ਹੈ, ਵੱਧ ਗਈ। ਮਤਲਬ ਹਰ ਇੱਕ ਬਿਟ ਤੋਂ ਬਾਅਦ ਤੁਹਾਡੀ ਕੈਰੀਅਰ ਦੀ ਜਿਹੜੀ ਫ੍ਰੀਕੁਐਂਸੀ ਹੈ ਉਹ ਕੀ ਹੈ, ਚੇਂਜ ਹੋਏਗੀ, ਜਾਂ ਉਹ ਅਪ ਜਾਏਗੀ ਜਾਂ ਕੀ ਹੈ, ਡਾਊਨ ਜਾਏਗੀ। ਮਤਲਬ ਤੁਹਾਡੇ ਕੋਲ ਮੋਡੂਲੇਟਡ ਸਿਗਨਲ ਦੇ ਵਿੱਚ ਦੋ ਫ੍ਰੀਕੁਐਂਸੀਆਂ ਹੋਣਗੀਆਂ। ਸੇਮ ਤੁਹਾਡੇ ਕੋਲ ਜਿਵੇਂ FM 'ਚ ਹੁੰਦਾ ਸੀ ਉਵੇਂ ਤੁਹਾਡੇ ਕੋਲ FSK 'ਚ ਹੈ। ਫ਼ਰਕ ਕੀ ਹੈ ਹੁਣ ਇਹ ਟੈਕਨੀਕਸ 'ਚ, ਫ਼ਰਕ ਕੀ ਹੈ ਵੀ ਇਸ ਦੇ ਵਿੱਚ ਤੁਹਾਡੇ ਕੋਲ ਕੋਡਿੰਗ ਦੀਆਂ ਸਾਡੇ ਕੋਲ ਚੀਜ਼ਾਂ ਆਪਸ਼ਨ ਜ਼ਿਆਦਾ ਨੇ, ਪਰ ਥੋੜ੍ਹਾ ਜਿਹਾ ਇੱਥੇ ਧਿਆਨ ਰੱਖਣਾ ਵੀ ਇਸ ਇੰਟਰਮਿਕਸ ਨਹੀਂ ਕਰ ਦੇਣਾ। AM FM ਅਤੇ PM 'ਚ ਇਨਫੋਰਮੇਸ਼ਨ ਅਤੇ ਕੈਰੀਅਰ ਦੋਨੋਂ ਤੁਹਾਡੇ ਕੋਲ ਐਨਾਲੌਗ ਸੀ, ਪਰ ਇੱਥੇ ਤੁਹਾਡੇ ਕੋਲ ਇਨਫੋਰਮੇਸ਼ਨ ਡਿਜੀਟਲ ਹੈ ਅਤੇ ਕੈਰੀਅਰ ਕੀ ਹੈ, ਐਨਾਲੌਗ ਹੈ। ਲਾਸਟ ਜਿਹੜੀ ਜਰਨਲ ਟੈਕਨੀਕ ਹੈ ਦੈਟ ਇਜ਼ PSK। ਇਹ ਜਿਹੜੀ ਡੈਫੀਨੇਸ਼ਨ ਹੈ, ਇਹ ਡੈਫੀਨੇਸ਼ਨ ਜਿਹੜੀ ਡਾਇਗਰਾਮ ਹੈ, ਇਹ ਤੁਹਾਡੇ ਕੋਲ BPSK ਦੀ ਹੈ। BPSK ਦਾ ਮਤਲਬ ਕੀ ਹੁੰਦਾ, ਬਾਈਨਰੀ ਫੇਸ ਸ਼ਿਫਟ ਕੀਇੰਗ। ਹੁਣ ਇਹ ਬਾਈਨਰੀ ਫੇਸ ਸ਼ਿਫਟ ਕੀਇੰਗ ਦਾ ਮਤਲਬ ਕੀ ਹੈ, ਦੇਖੋ ਇੱਥੇ ਬੜਾ ਇਹ ਚੀਜ਼ ਮੈਟਰ ਕਰਦੀ ਹੈ। ਜੇ ਤੁਸੀਂ ਬਲਿਊ ਡੋਟਡ ਲਾਈਨ ਨੂੰ ਦੇਖੋ ਚੇਂਜ ਹੁੰਦੇ ਹੋਏ, ਅਤੇ ਰੈੱਡ ਲਾਈਨ ਨੂੰ, ਜਿਹੜੇ ਰੈੱਡ ਸਿਗਨਲ ਹੈ ਉਸ ਦੀ ਪੈਟਰਨ ਨੂੰ ਤੁਸੀਂ ਧਿਆਨ ਦਿਓ, ਤਾਂ ਤੁਹਾਡੇ ਕੋਲ ਇਸ 'ਚ ਚੀਜ਼ ਦੇਖੋਗੇ ਵੀ ਤੁਹਾਡੇ ਕੋਲ ਇਨਫੋਰਮੇਸ਼ਨ ਜਿਵੇਂ 0 ਤੋਂ 1 ਜਾ ਰਹੀ ਹੈ ਜਾਂ 1 ਤੋਂ 0 ਜਾ ਰਿਹਾ, ਤਾਂ ਕੈਰੀਅਰ ਦੇ ਵਿੱਚ 180 ਡਿਗਰੀ ਦਾ ਫੇਸ ਸ਼ਿਫਟ ਪੈਂਦਾ। ਇਹ ਚੀਜ਼ ਦਾ ਧਿਆਨ ਰੱਖਣਾ, ਕਿਉਂਕਿ BPSK ਦੀਆਂ ਅੱਗੇ ਟਾਈਪਸ ਨੇ ਤੁਹਾਡੇ ਕੋਲ। ਅੱਗੇ ਟਾਈਪਸ 'ਚ ਤੁਹਾਨੂੰ ਪਤਾ ਲੱਗੇਗਾ, ਇੱਕ QPSK ਟਾਈਪ ਤੁਸੀਂ ਪੜ੍ਹੋਗੇ
ਉਹਦੇ ਵਿੱਚ 45 ਡਿਗਰੀ ਦਾ ਫੇਸ ਸ਼ਿਫਟ ਪੈਂਦਾ ਹੁੰਦਾ, ਪਰ ਉਹਦਾ ਤੁਹਾਡਾ ਪ੍ਰਿੰਸੀਪਲ ਅਲੱਗ ਆ ਤੁਹਾਡੇ ਕੋਲ। ਤਾਂ BPSK ਦੀ ਡਾਇਗਰਾਮ ਹੈ ਤੁਹਾਡੇ ਕੋਲ। BPSK ਦਾ ਮਤਲਬ ਹੁੰਦਾ ਬਾਈਨਰੀ ਫੇਸ ਸ਼ਿਫਟ ਕਿੰਗ। ਹਰ ਇੱਕ ਬਿਟ ਚੇਂਜ ਹੋਣ ਦੇ ਨਾਲ 1 ਤੋਂ 0 ਜਾਂ 0 ਤੇ 1 ਤੇ ਚੇਂਜ ਹੋਣ ਦੇ ਨਾਲ ਕੈਰੀਅਰ ਦੇ ਵਿੱਚ 180 ਡਿਗਰੀ ਦਾ ਕੀ ਹੋਏਗਾ, ਫੇਸ ਸ਼ਿਫਟ ਪਏਗਾ। ਜੇ ਤੁਸੀਂ ਉੱਪਰ ਪੇ ਲੱਗਿਆ ਹੋਇਆ ਮੈਥਮੈਟੀਕਲ ਐਕਸਪ੍ਰੈਸ਼ਨ ਧਿਆਨ ਨਾਲ ਦੇਖੋ ਵੀ ਜੇ 1 ਵਾਸਤੇ ਆਹ ਐਕਸਪ੍ਰੈਸ਼ਨ ਸੀ ਤਾਂ 0 ਵਾਸਤੇ ਪਲੱਸ ਪਾਈ ਹੋ ਗਿਆ। ਪਾਈ ਦਾ ਮਤਲਬ ਹੁੰਦਾ 180 ਡਿਗਰੀ। ਤਾਂ ਜਿਹੜੀਆਂ ਡਿਜੀਟਲ ਟੈਕਨੀਕਸ ਨੇ ਇਹਦੇ ਵਿੱਚ ਸਾਨੂੰ ਨੋਇਸ ਇਮਿਊਨਿਟੀ ਆਮ ਨਾਲੋਂ ਜ਼ਿਆਦਾ ਮਿਲਦੀ ਹੈ ਜੀ, ਠੀਕ ਹੈ, ਬੈਂਡਵਿਡਥ ਜ਼ਿਆਦਾ ਹੁੰਦੀ ਹੈ। ਪਰ ਕੁਛ ਜਿਹੜੇ ਪ੍ਰੋਸੈਸ ਨੇ ਉਹ ਕੰਪਲੈਕਸ ਨੇ, ਜਿਵੇਂ ਆਪਾਂ ਪਿਛਲੇ ਲੈਕਚਰ ਦੇ ਵਿੱਚ ਕੀਤਾ ਸੀ ਵੀ ਐਨਾਲੌਗ ਨਾਲੋਂ ਡਿਜੀਟਲ ਦੇ ਵਿੱਚ ਕੁਛ ਕੰਪਲੈਕਸ ਪ੍ਰੋਸੈਸ ਨੇ, ਜਿਸ ਕਰਕੇ ਥੋੜ੍ਹਾ ਜਿਹਾ ਇਹ ਕੰਪਲੈਕਸ ਪ੍ਰੋਸੈਸ ਹੈ। ਠੀਕ ਹੈ ਜੀ, ਇਸ ਵੀਡੀਓ ਵਾਸਤੇ ਇੰਨਾ ਹੀ। ਥੈਂਕ ਯੂ।